ਸਾਲ 2020 ਦੀ ਪੰਜਾਬੀ ਕਹਾਣੀ ਬਾਰੇ ਸੋਚਦਿਆਂ ਜਿਹੜਾ ਨੁਕਤਾ ਸਭ ਤੋਂ ਵੱਧ ਧਿਆਨ ਖਿੱਚਦਾ ਹੈ ਉਸ ਦਾ ਸੰਬੰਧ ਪੰਜਾਬੀ ਕਹਾਣੀ ਵਿੱਚ ਵਾਪਰੇ ਅਜਿਹੇ ਗੁਣਾਤਮਕ ਰੂਪਾਂਤਰਨ ਨਾਲ ਹੈ ਜਿਹੜਾ ਪੰਜਵੇਂ ਪੜਾਅ ਦੀ ਸਪਸ਼ਟ ਨਿਸ਼ਾਨਦੇਹੀ ਕਰਨ ਵਾਲਾ ਹੈ। ਉਸ ਨੁਕਤੇ ਬਾਰੇ ਹੋਰ ਚਰਚਾ ਕਰਨ ਤੋਂ ਪਹਿਲਾਂ ਦੋ ਅਹਿਮ ਗੱਲਾਂ ਸਪਸ਼ਟ ਕਰ ਦੇਣੀਆਂ ਲਾਜ਼ਮੀ ਹਨ। ਪਹਿਲੀ ਤਾਂ ਇਹ ਕਿ ਨਵੇਂ ਪੜਾਅ ਦਾ ਇਹ ਅਰਥ ਹਰਗਿਜ਼ ਨਹੀਂ ਹੁੰਦਾ ਕਿ ਇਸ ਦੀ ਪ੍ਰਤੀਨਿਧਤਾ ਕਰਨ ਵਾਲੀ ਨਵੀਂ ਪੰਜਾਬੀ ਕਹਾਣੀ ਪਹਿਲੇ ਪੜਾਵਾਂ ਦੀ ਕਹਾਣੀ ਨਾਲੋਂ ਕਲਾਤਮਕ ਤੌਰ ਤੇ ਲਾਜ਼ਮੀ ਹੀ ਬਿਹਤਰ ਹੋਵੇਗੀ। ਹਾਂ, ਵੱਖਰੀ ਜਾਂ ਵਿਲੱਖਣ ਸੁਭਾਅ ਵਾਲੀ ਜ਼ਰੂਰ ਹੋਵੇਗੀ। ਦੂਜੇ ਸ਼ਬਦਾਂ ਵਿੱਚ ਇਹ ਨਵੀਂ ਕਹਾਣੀ ਆਪਣੇ ਸਮਕਾਲੀ ਵਸਤੂ ਯਥਾਰਥ ਦੀ ਪਛਾਣ ਕਰ ਸਕਣ ਅਤੇ ਉਸ ਦੀ ਪੇਸ਼ਕਾਰੀ ਕਰਨ ਵਿੱਚ ਵਧੇਰੇ ਸਮਰੱਥਾਵਾਨ ਜ਼ਰੂਰ ਹੋਵੇਗੀ। ਦੂਜੀ ਗੱਲ ਇਹ ਹੈ ਕਿ ਸਿਰਫ 1 ਸਾਲ ਦੀ ਕਹਾਣੀ ਸਮੱਗਰੀ ਦੇ ਨਾਲ ਪੰਜਵੇਂ ਪੜਾਅ ਦੇ ਸਾਰੇ ਨਕਸ਼ੋ ਨਿਗਾਰ ਸਮੱਗਰਤਾ ਵਿੱਚ ਉਜਾਗਰ ਕਰ ਸਕਣੇ ਸੰਭਵ ਨਹੀਂ। ਇਸ ਲਈ ਇਸ਼ਾਰੇ ਮਾਤਰ ਗੱਲ ਹੀ ਸੰਭਵ ਹੋ ਸਕੇਗੀ। ਨਵੇਂ ਨੇ ਹਮੇਸ਼ਾ ਪੁਰਾਣੇ ਦੀ ਕੁੱਖ ਵਿੱਚੋਂ ਹੀ ਪੈਦਾ ਹੋਣਾ ਹੁੰਦਾ ਹੈ। ਇਸ ਲਈ 5-6 ਸਾਲ ਪਹਿਲਾਂ ਚੌਥੇ ਪੜਾਅ ਦੀ ਕਹਾਣੀ ਵਿੱਚੋਂ ਹੀ ਅਜਿਹੇ ਗੁਣਾ ਲੱਛਣਾਂ ਦੀ ਆਹਟ ਸੁਣਾਈ ਦੇਣ ਲੱਗ ਪਈ ਸੀ। ਇਸੇ ਕਰਕੇ ਅਜਿਹੀਆਂ ਕੁਝ ਕਹਾਣੀਆਂ ਦੇ ਸੰਗ੍ਰਹਿ ਦਾ ਨਾਂ ਮੈਂ ਸੋਚ ਸਮਝ ਕੇ ਆਹਟ ਹੀ ਰੱਖਿਆ ਸੀ। ਚੌਥੇ ਪੜਾਅ ਦੇ ਕੁਝ ਵਧੇਰੇ ਸੁਜੱਗ ਕਹਾਣੀਕਾਰ ਵਸਤੂ ਚੋਣ ਵਜੋਂ ਉਸ ਨਿਊ ਨਾਰਮਲ ਦੀ ਪਛਾਣ ਕਰਨ ਲੱਗ ਪਏ ਸਨ ਜਿਸ ਨੇ ਪੰਜਵੇਂ ਪੜਾਅ ਦੀ ਬੁਨਿਆਦ ਬਣਨਾ ਸੀ। ਮਿਸਾਲ ਵਜੋਂ ਨਵ ਨਾਰੀਵਾਦ ਦੇ ਪ੍ਰਸੰਗ ਵਿੱਚ ਵੇਖਣਾ ਹੋਵੇ ਤਾਂ 2017 ਵਿੱਚ ਛਪੀ ਹਰਪ੍ਰੀਤ ਸੇਖਾ ਦੀ ਕਹਾਣੀ ਹਾਊਸ ਵਾਈਫ ਨੂੰ ਪੜ੍ਹਿਆ ਜਾਂ ਵਾਚਿਆ ਜਾ ਸਕਦਾ ਹੈ, ਜਿਸ ਵਿੱਚ ਪ੍ਰਵਾਸ ਦੀਆਂ ਪ੍ਰਸਥਿਤੀਆਂ ਦੇ ਦਬਾਅ ਅਧੀਨ ਮਰਦ ਆਪਣੀ ਨਵ ਨਾਰੀ ਮੁਖੀ ਭੂਮਿਕਾ ਨਾਲ ਇਕਸੁਰ ਹੋਣ ਦੀ ਜੱਦੋ-ਜਹਿਦ ਕਰ ਰਿਹਾ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਕਿਸਾਨੀ ਦੇ ਹਵਾਲੇ ਨਾਲ ਗੱਲ ਸਮਝਣੀ ਹੋਵੇ ਤਾਂ ਬਲਵਿੰਦਰ ਸਿੰਘ ਗਰੇਵਾਲ ਦੀ ਕਹਾਣੀ ਡਬੋਲੀਆ ਦਾ ਕਿਸਾਨੀ ਅਵਚੇਤਨ ਵਾਲਾ ਨੌਜਵਾਨ ਪਾਤਰ ਨਹਿਰ ਚੋਂ ਲਾਸ਼ਾਂ ਲੱਭਣ ਵਾਲਾ ਗੋਤਾਖੋਰ ਬਣ ਕੇ ਨਵੀਂ ਜੀਵਨ ਜਾਂਚ ਦਾ ਹੱਥ ਫੜੀ ਰੱਖਣ ਲਈ ਹੰਬਲੇ ਮਾਰ ਰਿਹਾ ਦਿਸਦਾ ਹੈ। ਵਿਸ਼ਵੀਕਰਨ ਦੇ ਮੂੰਹ ਜ਼ੋਰ ਵਰਤਾਰੇ ਸਾਹਵੇਂ ਚੌਥੇ ਪੜਾਅ ਦੇ ਅਜਿਹੇ ਸੁਜੱਗ ਕਹਾਣੀਕਾਰ ਇਹ ਸੁਨੇਹਾ ਦਿੰਦੇ ਜਾਪਦੇ ਸਨ ਕਿ ਪੰਜਾਬੀਓ, ਜੇ ਨਵ ਬਸਤੀਵਾਦ ਜਾਂ ਵਿਸ਼ਵੀਕਰਨ ਦਾ ਪ੍ਰਤੀ ਉੱਤਰ ਪੈਦਾ ਕਰਨ ਦੀ ਥਾਂ ਤੁਸੀਂ ਉਸ ਦੇ ਰੌਂ ਰੁੱਖ ਹੀ ਚੱਲਣਾ ਹੈ ਤਾਂ ਇਸ ਨਿਊ ਨਾਰਮਲ ਨੂੰ ਵੀ ਝੇਲਣਾ ਪਵੇਗਾ। ਜੇ ਇਹ ਨਹੀਂ ਝੇਲਣਾ ਤਾਂ ਇਸ ਨਿਊ ਨਾਰਮਲ ਨੂੰ ਪਛਾਣ ਕੇ ਕਿਸੇ ਚੰਗੇ ਬਦਲ ਦੀ ਤਲਾਸ਼ ਕਰਨੀ ਪਵੇਗੀ, ਤਾਂ ਹੀ ਜ਼ਿੰਦਗੀ ਗੌਰਵਮਈ ਬਣ ਸਕੇਗੀ। ਪਰਿਵਰਤਨ ਦਾ ਇਹ ਜਾਣਿਆ ਪਛਾਣਿਆ ਸਿਧਾਂਤ ਹੈ ਕਿ ਜਦੋਂ ਪ੍ਰਸਥਿਤੀਆਂ ਬਦਲਣ ਲੱਗਦੀਆਂ ਹਨ ਤਾਂ ਗਿਣਾਤਮਕ ਜਾਣੀ ਕੁਆਂਟੀਟੇਟਿਵ ਵਖਰੇਵੇਂ ਨਜ਼ਰ ਆਉਣ ਲੱਗ ਜਾਂਦੇ ਹਨ। ਫਿਰ ਇੱਕ ਸਿਖਰ ਤੇ ਪਹੁੰਚ ਕੇ ਉਹ ਵਖਰੇਵੇਂ ਪਾਣੀ ਦੇ ਭਾਫ ਬਣਨ ਵਾਂਗ ਗੁਣਾਤਮਕ ਜਾਣੀ ਕੁਆਲੀਟੇਟਿਵ ਤਬਦੀਲੀ ਦੇ ਵਾਹਕ ਬਣ ਜਾਂਦੇ ਹਨ ਤਾਂ ਯੁੱਗ ਪਰਿਵਰਤਨ ਦੀ ਬੁਨਿਆਦ ਬਣ ਜਾਂਦੇ ਹਨ। ਯੁੱਗ ਪਰਿਵਰਤਨ ਨਾਲ ਨਵਾਂ ਯੁੱਗ ਚਿੰਤਨ ਉੱਭਰਦਾ ਹੈ, ਜਿਸ ਨਾਲ ਮਨੁੱਖ ਅਤੇ ਸਮਾਜ ਦੀ ਵਿਸ਼ਵ ਦ੍ਰਿਸ਼ਟੀ ਬਦਲ ਜਾਂਦੀ ਹੈ। ਮਿਸਾਲ ਵਜੋਂ ਪਿਛਲੇ ਕੁਝ ਸਾਲਾਂ ਤੋਂ ਵਿਸ਼ਵੀਕਰਨ ਦੇ ਅੰਤ ਦੀ ਚਰਚਾ ਹੋਣ ਲੱਗੀ ਹੈ। ਇਸ ਪ੍ਰਸੰਗ ਵਿੱਚ ਪ੍ਰਸਿੱਧ ਚਿੰਤਕ ਡਾਕਟਰ ਭੁਪਿੰਦਰ ਬਰਾੜ ਦਾ ਆਪਣੇ ਲੇਖ ਵਰਤਮਾਨ ਸਮਾਂ ਅਤੇ ਬੁੱਧੀਜੀਵੀ ਦੀ ਭੂਮਿਕਾ, ਜਿਹੜਾ ਕਿ ਹੁਣ ਦੇ ਜਨਵਰੀ-ਅਪ੍ਰੈਲ 2020 ਵਾਲੇ ਅੰਕ ਦੇ ਵਿੱਚ ਛਪਿਆ ਸੀ, ਵਿੱਚ ਇਹ ਕਹਿਣਾ ਹੈ ਕਿ ਇਹ ਦੌਰ ਗਲੋਬਲਾਈਜੇਸ਼ਨ ਦਾ ਨਹੀਂ, ਇਸ ਨੂੰ ਕਿਹਾ ਜਾਂਦਾ ਹੈ ਡੀ ਗਲੋਬਲਾਈਜੇਸ਼ਨ।
ਅਮਰੀਕਾ ਅਤੇ ਹੋਰ ਕਈ ਮੁਲਕਾਂ ਵਿੱਚ ਹੁਣ ਅਤ ਉਤਸ਼ਾਹੀ ਆਰਥਿਕ ਰਾਸ਼ਟਰਵਾਦ ਫੇਰ ਤੋਂ ਹੰਭਲੇ ਮਾਰ ਰਿਹਾ ਹੈ। ਇਹ ਵੀ ਵਿਸ਼ਵ ਵਿਆਪੀ ਸੋਚ ਬਣ ਗਈ ਹੈ ਕਿ ਰਾਸ਼ਟਰ ਦੀ ਰਾਖੀ ਦੇ ਨਾਂ ਤੇ ਹਰ ਚੀਜ਼ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਵੇਖਿਆ ਜਾਂਦਾ ਹੈ। ਹਰ ਚੀਜ਼ ਦਾ ਸੁਰੱਖਿਆ ਆਤਮੀਕਰਨ ਇਸ ਸਮੇਂ ਦੀ ਇਹ ਸੋਚ ਜਾਂ ਸੱਤਾ ਦੀ ਇਹ ਸੋਚ ਬਣਦੀ ਜਾ ਰਹੀ ਹੈ। ਵਿਸ਼ਵੀਕਰਨ ਦਾ ਮਾਨਵੀ ਰੂਪ ਵਾਲਾ ਚਿਹਰਾ ਕਿ ਇਸ ਨਾਲ ਸੰਸਾਰ ਵਿੱਚ ਸਹਿਭਾਵੀ ਆਦਾਨ ਪ੍ਰਦਾਨ ਵਧੇਗਾ, ਨੰਗਾ ਹੋ ਚੁੱਕਾ ਹੈ। ਅਸਲ ਰੂਪ ਵਿੱਚ ਵਿਸ਼ਵੀਕਰਨ ਸਰਮਾਏਦਾਰ ਪੱਛਮੀ ਮੁਲਕਾਂ ਲਈ ਇੱਕ ਪਾਸੜ ਵਿਕਾਸ ਦਾ ਧਾਰਨੀ ਨਵਬਸਤੀਵਾਦ ਹੀ ਸੀ, ਜਿਸ ਨੇ ਅੰਤ ਨੂੰ ਕੇਂਦਰ ਮੁੱਖ ਨਵ ਰਾਸ਼ਟਰਵਾਦ ਦੀ ਵਿਸ਼ਵ ਦ੍ਰਿਸ਼ਟੀ ਨੂੰ ਹੀ ਉਭਾਰਨਾ ਸੀ। ਉਹੀ ਵਾਪਰਿਆ ਜਿਸ ਦਾ ਡਰ ਸੀ। ਪਰ ਹੁਣ ਇਸ ਸੱਜੇ ਪੱਖੀ ਵਿੰਗ ਦੇ ਪਾਪੂਲਿਸਟ ਅਤੇ ਉਤਸ਼ਾਹੀ ਆਰਥਿਕ ਰਾਸ਼ਟਰਵਾਦ ਦੇ ਵਿਰੁੱਧ ਉੱਤਰ ਬਸਤੀਵਾਦੀ ਜਾਂ ਧਰਮ ਮੁੱਖ ਤੇ ਬਹੁਵੰਨੇ ਸੱਭਿਆਚਾਰਕ ਵਿਕਾਸ ਦਾ ਲੋਕ ਪੱਖੀ ਮਾਡਲ ਵੀ ਤੇਜ਼ੀ ਨਾਲ ਉੱਭਰ ਰਿਹਾ ਪ੍ਰਤੱਖ ਨਜ਼ਰ ਆਉਂਦਾ ਹੈ। ਇਹਨਾਂ ਦੋਹਾਂ ਵਿਸ਼ਵ ਦ੍ਰਿਸ਼ਟੀਆਂ ਦੀ ਤਿੱਖੀ ਕਸ਼ਮਕਸ਼ ਵਿੱਚੋਂ ਹੀ ਅਜੋਕਾ ਸਾਹਿਤਕ ਪ੍ਰਵਚਨ, ਜਿਸ ਵਿੱਚ ਪੰਜਵੇਂ ਪੜਾਅ ਦੀ ਪੰਜਾਬੀ ਕਹਾਣੀ ਵੀ ਇੱਕ ਅਹਿਮ ਵੰਨਗੀ ਵਜੋਂ ਸ਼ਾਮਲ ਹੈ, ਪੈਦਾ ਹੋ ਰਿਹਾ ਹੈ। ਅਜੋਕੀ ਪੰਜਾਬੀ ਕਹਾਣੀ ਪ੍ਰਮੁੱਖ ਤੌਰ ਤੇ ਉਦਾਰੀਕਰਨ ਦੇ ਦੌਰ ਦੀ ਉਪਜ ਯਾਨੀ ਮੱਧ ਵਰਗੀ ਵਿਸ਼ਵ ਦ੍ਰਿਸ਼ਟੀ ਰਾਹੀਂ ਲਿਖੀ ਜਾ ਰਹੀ ਹੈ। ਇਹ ਨਵਾਂ ਮੱਧ ਵਰਗ ਨਿਰੋਲ ਉਪਭੋਗੀ ਜਾਂ ਪਰਜੀਵੀ ਨਹੀਂ, ਜਿਵੇਂ ਕਿ ਕੱਟੜ ਮਾਰਕਸਵਾਦੀ ਨਜ਼ਰੀਏ ਤੋਂ ਇਸ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਰਿਹਾ ਹੈ। ਸਗੋਂ ਇਸ ਦੇ ਉਲਟ ਭਰੀ ਪੂਰੀ ਜ਼ਿੰਦਗੀ ਨੂੰ ਜਿਉਣ ਦੀ ਲੋਚਾ ਰੱਖਣ ਵਾਲਾ ਉਦਮੀ, ਭਵਿੱਖਮੁਖੀ ਅਤੇ ਉਦਾਰਵਾਦੀ ਮਾਨਵਵਾਦ ਦਾ ਧਾਰਨੀ ਵਰਗ ਹੈ। ਆਪਣੀ ਅਜਿਹੀ ਹਾਂ ਪੱਖੀ ਪਰਿਭਾਸ਼ਾ ਇਹ ਵਰਗ ਮਹਿਜ਼ ਸਵੈ ਕਥਨੀ ਬ੍ਰਿਤਾਂਤ ਦੁਆਰਾ ਨਹੀਂ, ਬਲਕਿ ਆਪਣੇ ਵਿਹਾਰਕ ਕਾਰਜਾਂ ਰਾਹੀਂ ਉਭਾਰ ਰਿਹਾ ਹੈ। ਨਵ ਨਾਰੀਵਾਦ, ਨਵ ਦਲਿਤਵਾਦ, ਪਾਰ ਰਾਸ਼ਟਰਵਾਦ ਤਾਂ ਪਹਿਲਾਂ ਹੀ ਇਸ ਨਵੇਂ ਮੱਧ ਵਰਗ ਦੀ ਬ੍ਰਿਤਾਂਤ ਚੇਤਨਾ ਦਾ ਭਰਵਾਂ ਅੰਗ ਬਣੇ ਹੋਏ ਹਨ। ਹੁਣ ਕਿਸਾਨੀ ਸੰਘਰਸ਼ ਨੇ ਮਜ਼ਦੂਰ ਕਿਸਾਨ ਦੇ ਨਵੇਂ ਰਾਜਸੀ ਅਵਚੇਤਨ ਅਤੇ ਮਾਨਵੀ ਸਰੋਕਾਰਾਂ ਨੂੰ ਵੀ ਨਵੇਂ ਸਿਰੋਂ ਪ੍ਰਭਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਕਰੋਨਾ ਕਾਲ ਦੇ ਸੰਕਟ ਨੇ ਨਵੇਂ ਮੱਧ ਵਰਗ ਨੂੰ ਧਰਤ ਮੁੱਖ ਜਾਂ ਕੁਦਰਤ ਮੁੱਖ ਹੋਣ ਲਈ ਨਵੇਂ ਪ੍ਰੇਰਕ ਦਿੱਤੇ ਸਨ, ਅਤੇ ਹੁਣ ਰਾਜਸੀ ਚੇਤਨਾ ਵਾਲੇ ਕਿਸਾਨ ਸੰਘਰਸ਼ ਨੇ ਇਸ ਨੂੰ ਬਹੁ ਪਰਪੇਖੀ ਮਲਟੀ ਪਰਸਪੈਕਟਿਵਨੈਸ ਜੀਵਨ ਜਾਂਚ ਦਾ ਮਾਡਲ ਦੇ ਦਿੱਤਾ ਹੈ। ਇਸ ਨਾਲ ਕਿਸੇ ਵੀ ਤਰ੍ਹਾਂ ਦੇ ਇੱਕ ਪਰਪੇਖੀ ਕੇਂਦਰਵਾਦ, ਭਾਵੇਂ ਉਹ ਰਾਜਸੀ, ਸਮਾਜਿਕ, ਧਾਰਮਿਕ, ਸੱਭਿਆਚਾਰਕ ਆਦਿ ਕਿਸੇ ਵੀ ਪ੍ਰਕਾਰ ਦਾ ਹੋਵੇ, ਉਸ ਦੇ ਵਿਰੁੱਧ ਨਾਬਰ ਹੋ ਕੇ ਸੋਚਣ ਅਤੇ ਸੰਘਰਸ਼ਸ਼ੀਲ ਹੋਣ ਨੂੰ ਬਲ ਮਿਲਿਆ ਹੈ। ਇਸ ਪ੍ਰਕਾਰ ਦੀ ਪ੍ਰਗਤੀਸ਼ੀਲ ਮੱਧ ਵਰਗੀ ਰਚਨਾ ਦ੍ਰਿਸ਼ਟੀ ਵਾਲੇ ਸਮਰੱਥ ਨਵੇਂ ਪੰਜਾਬੀ ਕਹਾਣੀਕਾਰਾਂ, ਜਿਨ੍ਹਾਂ ਨਾਲ ਪੰਜਵੇਂ ਪੜਾਅ ਦੀ ਪੰਜਾਬੀ ਕਹਾਣੀ ਨੂੰ ਹੁਲਾਰਾ ਮਿਲਿਆ ਹੈ, ਵਿੱਚ ਪ੍ਰਮੁੱਖ ਨਾਂ ਹਨ ਸਾਮਲ ਧਾਮੀ, ਤ੍ਰਿਪਤਾ ਕੇ ਸਿੰਘ, ਦੀਪਤੀ ਬਬੂਟਾ, ਸਰਗੀ ਅਰਵਿੰਦਰ ਕੌਰ ਧਾਲੀਵਾਲ, ਪਵਿੱਤਰ ਕੌਰ ਮਾਟੀ, ਸੁਖਪਾਲ ਸਿੰਘ ਥਿੰਦ, ਗੁਰਮੀਤ ਪਨਾਗ, ਸੰਦੀਪ ਸਮਰਾਲਾ, ਸੁਰਿੰਦਰ ਸੋਹਲ, ਖਾਲਦ ਫਰਹਾਦ ਧਾਰੀਵਾਲ, ਸਾਬਰ ਅਲੀ ਸਾਬਰ, ਗੁਰਮੀਤ ਆਰਫ, ਦੀਪ ਦਵਿੰਦਰ ਆਦਿ। ਉਪਰੋਕਤ ਸਮੁੱਚੇ ਸੰਦਰਭ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਇਸ ਸਾਲ ਪ੍ਰਕਾਸ਼ਿਤ ਹੋਏ ਕੁਝ ਇੱਕ ਕਹਾਣੀ ਸੰਗ੍ਰਹਿਾਂ ਦਾ ਰਤਾ ਉਚੇਚ ਨਾਲ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ। ਆਪਣੇ ਆਪਣੇ ਮਰਸੀਏ ਸਰਗੀ ਦਾ ਕਹਾਣੀ ਸੰਗ੍ਰਹਿ ਹੈ।
ਇਸ ਦੀਆਂ ਕਹਾਣੀਆਂ ਨਾਰੀ ਦੇ ਪ੍ਰਸੰਗ ਵਿੱਚ ਨਿਊ ਨਾਰਮਲ ਨੂੰ ਚੁਣੌਤੀਪੂਰਨ ਢੰਗ ਨਾਲ ਨਿਹਾਰਨ ਵਾਲੀਆਂ ਹਨ। ਇਹਨਾਂ ਨਾਲ ਪੰਜਾਬੀ ਨਾਰੀਵਾਦ ਦਾ ਨਵਾਂ ਮੁਹਾਂਦਰਾ ਉਜਾਗਰ ਹੁੰਦਾ ਹੈ। ਮਰਦ ਵਿਰੋਧ ਦੀ ਥਾਂ ਉਹ ਔਰਤ ਮਰਦ ਦੋਹਾਂ ਨੂੰ ਹੀ ਪਿਤਰਕੀ ਕੇਂਦਰਵਾਦ ਦਾ ਮੱਕੜ ਜਾਲ ਤੋੜਨ ਲਈ ਵੰਗਾਰਦੀ ਹੈ ਅਤੇ ਗੌਰਵਮਈ ਸਵੈ ਪਛਾਣ ਦਾ ਵਿਹਾਰਕ ਮਾਡਲ ਸੁਝਾਉਂਦੀ ਹੈ। ਦੂਜੀ ਕਿਤਾਬ ਫੁੱਲਾਂ ਦੀ ਫਸਲ, ਇਹ ਸੁਖਪਾਲ ਸਿੰਘ ਥਿੰਦ ਹੋਰਾਂ ਦਾ ਕਹਾਣੀ ਸੰਗ੍ਰਹਿ ਹੈ। ਇਹ ਸੰਗ੍ਰਹਿ ਨਵੇਂ ਮੱਧ ਵਰਗੀ ਪੰਜਾਬੀ ਬੰਦੇ ਦੀ ਮਾਨਵ ਮੁਖੀ ਭਾਂਤ ਦੀ ਨਵੇਂ ਪ੍ਰਵਰਤਨ ਲਈ ਛਟਪਟਾਹਟ ਦਾ ਬਿਰਤਾਂਤ ਸਿਰਜਣ ਵਾਲੀਆਂ ਕਹਾਣੀਆਂ ਦਾ ਸੰਗ੍ਰਹਿ ਹੈ। ਅਜੋਕੀਆਂ ਰਾਜਸੀ ਪਾਰਟੀਆਂ ਦੀ ਨਵ ਪੂੰਜੀਵਾਦੀ ਤਰਜ਼ ਦੀ ਮੌਕਾ ਪ੍ਰਸਤੀ ਵਾਲੀ ਰਾਜਸੀ ਕੜਮਾਸ ਵਿੱਚ ਕਿਸੇ ਨਵੇਂ ਬਦਲ ਦੀ ਚਾਹਤ ਨਾਲ ਲਬਰੇਜ਼ ਉਸ ਦੇ ਪਾਤਰ ਇੱਕ ਪਾਸੇ ਸਵੈ ਨਿਰੀਖਣ ਦੀ ਕੁਠਾਲੀ 'ਚ ਤਪ ਨਿਖਰਦੇ ਹਨ ਅਤੇ ਦੂਜੇ ਪਾਸੇ ਨਵੇਂ ਜਿਉਣ-ਯੋਗ ਰਾਹਾਂ ਦੀ ਖੋਜ ਵਿੱਚ ਨਿਰੰਤਰ ਭਟਕਦੇ ਹੋਏ ਉਦਮ ਦਾ ਪੱਲਾ ਵੀ ਫੜੀ ਰੱਖਦੇ ਹਨ। ਉਰਫ ਰੋਸ਼ੀ ਜਲਾਦ, ਇਹ ਕਹਾਣੀ ਸੰਗ੍ਰਹਿ ਜਸਵੀਰ ਸਿੰਘ ਰਾਣਾ ਦਾ ਹੈ। ਇਸ ਦੀਆਂ ਕਹਾਣੀਆਂ ਦਮਿਤ ਚੇਤਨਾ ਦੇ ਪ੍ਰਤੀਨਿਧ ਹਾਸ਼ੀਆਗਤ ਪਾਤਰਾਂ ਦੀ ਸਥਾਪਤੀ ਵਿਰੁੱਧ ਘਿਰਨਾ ਅਤੇ ਘੁਟਨ ਨੂੰ ਇਸ ਤਰ੍ਹਾਂ ਪੇਸ਼ ਕਰਦੀਆਂ ਹਨ ਕਿ ਪਾਠਕ ਨੂੰ ਨਿਊ ਨਾਰਮਲ ਦੌਰਾਨ ਕੁਝ ਵੀ ਜਿਉਣ ਯੋਗ ਨਜ਼ਰ ਆਉਣੋਂ ਹਟ ਜਾਂਦਾ ਹੈ। ਵਿਵਸਥਾ ਦਾ ਜਲਾਦਪੁਣਾ ਨਿਮਨ ਵਰਗਾਂ ਦੇ ਪੈਰਾਂ ਹੇਠੋਂ ਆਖਰੀ ਫੱਟਾ ਖਿੱਚ ਰਿਹਾ ਨਜ਼ਰ ਆਉਂਦਾ ਹੈ। ਮੋੜਵੇਂ ਰੂਪ ਵਿੱਚ ਪਾਠਕ ਅੰਦਰ ਇਸ ਸਭ ਕੁਝ ਨੂੰ ਬਦਲਣ ਦੀ ਜੁਸਤਜੂ ਹੋਣ ਲੱਗਦੀ ਹੈ। ਹਾਰੀ ਨਾ ਬਚਨਿਆ, ਇਹ ਕਹਾਣੀ ਸੰਗ੍ਰਹਿ ਗੁਰਮੀਤ ਕੜਿਆਲਵੀ ਦਾ ਹੈ। ਇਸ ਰਾਹੀਂ ਕਹਾਣੀਕਾਰ ਪੰਜਾਬ ਦੇ ਪੇਂਡੂ ਦਲਿਤ ਅਤੇ ਨਿਮਨ ਕਿਸਾਨੀ ਵਰਗਾਂ ਦੇ ਤਣਾਅ ਅਤੇ ਆਕਰੋਸ਼ ਨੂੰ ਗਾਲ ਜਿਹੀ ਗਲਪੀ ਸ਼ੈਲੀ ਰਾਹੀਂ ਪੇਸ਼ ਕਰਕੇ ਬੇਸ਼ਰਮੀ ਦੀ ਹੱਦ ਤੱਕ ਢੀਠ ਅਤੇ ਮਕਾਰ ਹੋ ਚੁੱਕੀ ਸ਼ਾਸਕ ਸ਼੍ਰੇਣੀ ਨੂੰ ਝੰਜੋੜਨ ਦਾ ਯਤਨ ਕਰਦਾ ਹੈ। ਉਸ ਤੋਂ ਅਗਲਾ ਕਹਾਣੀ ਸੰਗ੍ਰਹਿ ਜਿੰਦਰ ਦਾ ਹੈ, ਸਿਆਸਤ ਖੇਡ ਸਿਆਸਤ। ਇਸ ਦੀਆਂ ਕਹਾਣੀਆਂ ਨਿਊ ਨਾਰਮਲ ਦੀ ਚਾਦਰ ਨਾਲ ਇੱਕੋ ਸਮੇਂ ਪੈਰ ਅਤੇ ਸਿਰ ਢੱਕ ਸਕਣ ਦੀ ਵਿਅਰਥ ਕੋਸ਼ਿਸ਼ ਕਰ ਰਹੇ ਮੱਧ ਵਰਗੀ ਪਾਤਰਾਂ ਦੀ ਤਰਲੋ ਮੱਛੀ ਮਾਨਸਿਕਤਾ ਦਾ ਬਿਰਤਾਂਤ ਸਿਰਜਦੀਆਂ ਹਨ। ਪ੍ਰਵਾਸੀ ਕਹਾਣੀਕਾਰ ਕੁਲਜੀਤ ਮਾਨ ਦਾ ਕਹਾਣੀ ਸੰਗ੍ਰਹਿ ਮਿਲ ਗਿਆ ਨੈਕਲੇਸ ਦੀਆਂ ਕਹਾਣੀਆਂ ਪ੍ਰਵਾਸੀ ਸੰਵੇਦਨਾ ਦੇ ਪ੍ਰਸੰਗ ਵਿੱਚ ਬਹੁਪੱਖੀ ਪਛਾਣਾਂ ਨਾਲ ਦੋ ਚਾਰ ਹੁੰਦਿਆਂ ਆਪਣੇ ਜੀਵਨ ਦੇ ਕੇਂਦਰੀ ਫੋਕਸ ਤੋਂ ਥਿੜਕ ਰਹੇ ਬੰਦੇ ਦੀ ਹੋਂਦ ਅਤੇ ਹੋਣੀ ਦੇ ਮਸਲਿਆਂ ਨੂੰ ਉਜਾਗਰ ਕਰਦੀਆਂ ਹਨ। ਸਮੁੱਚੇ ਤੌਰ ਤੇ ਇਹਨਾਂ ਕਹਾਣੀ ਸੰਗ੍ਰਹਿਾਂ ਵਿਚਲੀਆਂ ਕਹਾਣੀਆਂ ਕਿਸੇ ਇੱਕ ਜਾਂ ਦੂਜੇ ਪੱਖੋਂ ਪੰਜਾਬੀ ਸਮਾਜ ਦੇ ਨਿਊ ਨਾਰਮਲ ਜਾਂ ਨਵੀਆਂ ਬੇਤਰਤੀਬ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਗੌਰਵਮਈ ਮਨੁੱਖੀ ਪਛਾਣ ਨਾਲ ਜਿਉ ਸਕਣ ਲਈ ਦਿਨੋ ਦਿਨ ਘਟ ਰਹੀ ਸਪੇਸ ਨੂੰ ਵੱਖ-ਵੱਖ ਕੋਣਾਂ ਤੋਂ ਖੜ ਕੇ ਨਿਹਾਰਦੀਆਂ ਹਨ। ਘਰ ਤੋਂ ਲੈ ਕੇ ਵਿਸ਼ਵ ਤੱਕ ਹਰੇਕ ਪੱਧਰ ਉੱਤੇ ਕੇਂਦਰਵਾਦੀ ਸੱਤਾ ਨਿਊ ਨਾਰਮਲ ਨੂੰ ਕੁਦਰਤੀ ਬਣਾ ਕੇ ਆਪਣਾ ਰਾਜਸੀ ਪ੍ਰਵਚਨ ਸਿਰਜਦੀ ਹੈ। ਪਰ ਪੰਜਵੇਂ ਪੜਾਅ ਦੀ ਕਥਾ ਦ੍ਰਿਸ਼ਟੀ ਉਸ ਬਦਲਾਵ ਨੂੰ ਸਿਆਸੀ ਅਤੇ ਵਿਚਾਰਧਾਰਕ ਸਿੱਧ ਕਰਦਿਆਂ ਡੀਕੋਡ ਕਰਨ ਦਾ ਯਤਨ ਵੀ ਕਰਦੀ ਹੈ ਅਤੇ ਵਿਰੋਧ 'ਚ ਨਾਬਰੀ ਦਾ ਪ੍ਰਵਚਨ ਵੀ ਸਿਰਜਦੀ ਹੈ। ਇਹਨਾਂ ਤੋਂ ਇਲਾਵਾ ਜਿਹੜੇ ਕੁਝ ਹੋਰ ਉਲੇਖਯੋਗ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ, ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਬਲਬੀਰ ਕੌਰ ਰੀਹਲ ਦਾ ਮੈਂ ਗੌਤਮ ਨਹੀਂ ਹਾਂ, ਰਾਕੇਸ਼ ਰਮਨ ਦਾ ਰੰਗ ਮਜੀਠੀ,
ਖਾਲਦ ਹੁਸੈਨ ਦਾ ਇਸ਼ਕ ਮਲੰਗੀ, ਕਿਰਪਾਲ ਕਜ਼ਾਕ ਦਾ ਸਿਲਸਿਲੇ, ਸਰਵਣ ਮਨਿਹਾਸ ਦਾ ਹੋਣੀਆਂ ਅਣਹੋਣੀਆਂ, ਜੋਗੇ ਭੰਗਲ ਦਾ ਬੰਦਾ ਸਮੁੰਦਰ ਨਹੀਂ ਹੁੰਦਾ, ਬਲਜੀਤ ਸਿੰਘ ਢਿੱਲੋਂ ਦਾ 13 ਚਿਰਾਗ, ਹਰਭਜਨ ਸਿੰਘ ਖੇਮਕਰਨੀ ਦਾ ਦਿਸ਼ਾ ਬਦਲਦੀ ਹਵਾ ਤੇ ਇੱਕ ਹੋਰ ਖੁਰਦੀਆਂ ਪੈੜਾਂ, ਕੁਲਦੀਪ ਸਿੰਘ ਬੇਦੀ ਦਾ ਪੂਰਨ ਅਪੂਰਨ, ਰਾਜਵਿੰਦਰ ਸਿੰਘ ਰਾਜਾ ਦਾ ਛਿੱਕਲੀ ਤੇ ਸੁਰਿੰਦਰ ਕੌਰ ਬਿੰਨਰ ਦਾ 911, ਮਨਮੋਹਨ ਸਿੰਘ ਬਾਸਰਕੇ ਦਾ ਮੁੱਠੀ ਚੋਂ ਕਿਰਦੀ ਰੇਤ, ਯਸ਼ਪਾਲ ਗੁਲਾਟੀ ਦਾ ਸੱਜਰੇ ਸੂਰਜ ਦੀ ਲਾਲੀ, ਕਮਲਜੀਤ ਸਿੰਘ ਬਣਵੈਤ ਦਾ ਬੇਬੇ ਤੂੰ ਭੁੱਲਦੀ ਨਹੀਂ, ਹਮਦਰਦਵੀਰ ਨਸ਼ਹਿਰਵੀ ਦਾ ਅੰਧੇ ਕਾ ਨਾਮ ਪਾਰਖੂ, ਅਵਤਾਰ ਐਸ ਸੰਘਾ ਦਾ ਘੋੜਾ ਡਾਕਟਰ, ਸੁਰਿੰਦਰ ਸਿੰਘ ਰਾਏ ਦਾ ਇੱਕ ਟੱਕ ਹੋਰ, ਅਮਰੀਕਾ ਵਸਦੇ ਪ੍ਰਵਾਸੀ ਕਹਾਣੀਕਾਰ ਕਰਮ ਸਿੰਘ ਮਾਨ ਦਾ ਬੋਸਕੀ ਦਾ ਪਜਾਮਾ, ਗਗਨਦੀਪ ਸ਼ਰਮਾ ਦਾ ਹਨੇਰੇ ਵਿਚਲਾ ਚਾਨਣ, ਪਾਕਿਸਤਾਨ ਦੇ ਕੁਝ ਕਹਾਣੀਕਾਰਾਂ ਦੇ ਵੀ ਸੰਗ੍ਰਹਿ ਆਏ ਹਨ, ਜਿਵੇਂ ਅਲੀ ਅਨਵਰ ਅਹਿਮਦ ਦਾ ਸੁਪਨੇ ਦੇ ਕੈਦੀ, ਨੈਣ ਸੁਖ ਦਾ ਜੋਗੀ ਸੱਪ ਤਰਾ, ਮਲਕ ਸ਼ਾਹ ਸਵਾਰ ਨਾਸਰ ਦਾ ਖਰਾ ਸੱਚ, ਡਾਕਟਰ ਐਮ ਅਬਰਾਰ ਦਾ ਉਡੀਕ ਤੇ ਪ੍ਰਸਿੱਧ ਕਵੀ ਸਾਬਰ ਅਲੀ ਸਾਬਰ ਦਾ ਭੁੱਖ। ਇਹਨਾਂ ਤੋਂ ਇਲਾਵਾ ਕੁਝ ਹੋਰ ਵੀ ਕਹਾਣੀ ਸੰਗ੍ਰਹਿ ਛਪੇ ਹੋਣਗੇ, ਪਰ ਜਿਹੜੇ ਮੈਨੂੰ ਲੱਗੇ ਕਿ ਵੀ ਬਹੁਤ ਉਲੇਖਯੋਗ ਹਨ ਉਹਨਾਂ ਦਾ ਮੈਂ ਇੱਥੇ ਸਿਰਫ ਜ਼ਿਕਰ ਕੀਤਾ ਹੈ। ਇਹਨਾਂ ਕਹਾਣੀ ਸੰਗ੍ਰਹਿਆਂ ਤੋਂ ਇਲਾਵਾ ਕੁਝ ਕਹਾਣੀਆਂ ਨੇ ਵੀ ਆਪਣੇ ਨਵੇਕਲੇ ਗਲਪੀ ਹੁਨਰ ਕਰਕੇ ਮੇਰਾ ਉਚੇਚਾ ਧਿਆਨ ਖਿੱਚਿਆ। ਉਹਨਾਂ ਦਾ ਜ਼ਿਕਰ ਕੁਝ ਵਿਸਥਾਰ ਨਾਲ ਕਰਨਾ ਚਾਹੁੰਦਾ ਹਾਂ। ਹਰਪ੍ਰੀਤ ਸਿੰਘ ਚੰਨੂ ਦੀ ਕਹਾਣੀ ਸੱਥਰ, ਇਹ ਸਿਰਜਣਾ ਦੇ ਅਪ੍ਰੈਲ-ਜੂਨ ਅੰਕ 'ਚ ਛਪੀ ਸੀ। ਇਹ ਕਹਾਣੀ ਅੰਨਿਆ ਪੁਰਖੀ ਬਿਰਤਾਂਤਕਾਰ ਰਾਹੀਂ ਪੰਜਾਬ ਦੇ ਨਿਊ ਨਾਰਮਲ ਦਾ ਬਿਰਤਾਂਤ ਬੜੇ ਵਿਸ਼ਾਲ ਕੈਨਵਸ ਰਾਹੀਂ ਸਿਰਜਦੀ ਹੈ। ਕਹਾਣੀ ਲੰਬੜਦਾਰ ਅਮਰ ਸਿੰਘ ਦੇ ਖਾਨਦਾਨ ਅਤੇ ਕਿਲਾ ਨੁਮਾ ਹਵੇਲੀ ਦੇ ਪੋਟਾ-ਪੋਟਾ ਕਰਕੇ ਖਤਮ ਹੋ ਜਾਣ ਦਾ ਹਿਰਦੇ ਵੇਦਕ ਬਿਰਤਾਂਤ ਸਿਰਜਦੀ ਹੈ। ਇਸ ਪਤਨ ਦੇ ਵੰਨ-ਸੁਵੰਨੇ ਕਾਰਨਾਂ ਦਾ ਬਿਆਨ ਕਰਨ ਵਾਲੇ ਅਨੇਕਾਂ ਉਪ-ਕਥਾਨਕ ਹਨ, ਪਰ ਸਭ ਤੋਂ ਬੁਨਿਆਦੀ ਵਜ੍ਹਾ ਹੈ ਕਿ ਅਰਧ ਜਗੀਰੂ ਸੋਚ ਵਾਲੀ ਪੰਜਾਬੀ ਜੀਵਨ ਜਾਚ ਨੇ ਨਵ ਪੂੰਜੀਵਾਦੀ ਵਿਵਸਥਾ ਦੀਆਂ ਫੇਟਾਂ ਅੱਗੇ ਠਹਿਰ ਨਹੀਂ ਸੀ ਸਕਣਾ। ਸੋ ਕਹਾਣੀ ਦੇ ਵੇਰਵਿਆਂ ਅਨੁਸਾਰ ਪੰਜਾਬ ਦਾ ਓਨਾ ਕੁ ਹਿੱਸਾ ਜਾਂ ਜੀਵਨ ਹੀ ਬਚਦਾ ਹੈ ਜਿੰਨਾ ਕੁ ਸਮੇਂ ਦੇ ਨਾਲ ਬਦਲ ਕੇ ਨਵੀਂ ਜੀਵਨ ਜਾਚ ਅਪਣਾਉਣ ਵਿੱਚ ਸਫਲ ਹੋ ਜਾਂਦਾ ਹੈ। ਸੱਥਰ ਦਾ ਮੈਟਾਫਰ ਜਿਵੇਂ ਬਿਰਤਾਂਤਕਾਰ ਨੇ ਸਮੁੱਚੀ ਕਹਾਣੀ ਵਿੱਚ ਫੈਲਾਇਆ ਹੈ, ਉਹ ਉਸ ਦੀ ਬਿਰਤਾਂਤਕਾਰੀ ਦਾ ਸਿਖਰੀ ਹਾਸਲ ਹੈ। ਫਰੀਦ ਬਾਣੀ ਦੀ ਤਰਜ਼ ਉੱਤੇ ਤੁਸੀਂ ਇਸ ਕਹਾਣੀ ਵਿੱਚ ਮਹਿਸੂਸ ਕਰਦੇ ਹੋ ਕਿ ਕਾਲ ਕਿਵੇਂ ਸਭ ਪ੍ਰਾਣਵੰਤਾਂ ਨੂੰ ਮੌਤ ਵਿੱਚ ਬਦਲਦਾ ਤੁਰਿਆ ਜਾਂਦਾ ਹੈ। ਵੇਰਵੇ ਜਾਣੀ ਡਿਟੇਲ ਕਿਵੇਂ ਕਹਾਣੀ ਦੀ ਬੁੰਤਰ ਦੀ ਜਾਨ ਜਾਂ ਆਤਮਾ ਬਣਦੇ ਹਨ, ਇਹ ਪ੍ਰਯੋਗ ਇਸ ਕਹਾਣੀ ਦੀ ਬਿਰਤਾਂਤਕਾਰੀ ਦਾ ਉਚੇਚਾ ਹੁਨਰੀ ਜਲਵਾ ਬਣਦਾ ਹੈ। ਪ੍ਰਵਾਸੀ ਕਹਾਣੀਕਾਰ ਹਰਪ੍ਰੀਤ ਸੇਖਾ ਦੀ ਕਹਾਣੀ ਉਹ ਰਾਤ, ਇਹ ਪ੍ਰਵਚਨ ਦੇ ਜਨਵਰੀ-ਮਾਰਚ ਅੰਕ 'ਚ ਛਪੀ ਸੀ। ਇਹ ਕਹਾਣੀ ਉੱਤਮ ਪੁਰਖੀ ਨਾਰੀ ਰੂਪ ਬਿਰਤਾਂਤਕਾਰ ਰਾਹੀਂ ਪੰਜਾਬ ਦੇ ਵਿਦਿਆਰਥੀ ਪ੍ਰਵਾਸ ਨਾਲ ਜੁੜੇ ਇੱਕ ਅਹਿਮ ਤੇ ਨਵੇਂ ਮੁੱਦੇ ਦਾ ਬਿਰਤਾਂਤ ਸਿਰਜਦੀ ਹੈ। ਇਹ ਮੁੱਦਾ ਜੋਬਨ ਰੁੱਤ ਦੇ ਭਾਵਕ ਵਗੋਚਿਆਂ ਨਾਲ ਸੰਬੰਧਿਤ ਹੈ। ਪੰਜਾਬ ਜਾਂ ਭਾਰਤ ਦੀ ਰਾਜਸੀ ਵਿਵਸਥਾ ਦੁਆਰਾ ਮੂਲੋਂ ਅਣਗੌਲੇ ਕੀਤੇ ਗਏ ਵਿਦਿਆਰਥੀ ਰੁਜ਼ਗਾਰ ਦੇ ਮਸਲੇ ਕਾਰਨ
ਮੱਧ ਵਰਗੀ ਨੌਜਵਾਨ ਇਹ ਪੀੜ੍ਹੀ ਆਪਣੇ ਨਿੱਜੀ ਯਤਨਾਂ ਨਾਲ ਚੰਗੀ ਰੋਜੀ ਰੋਟੀ ਦਾ ਆਰ ਤਾਂ ਕਿਵੇਂ ਨਾ ਕਿਵੇਂ ਕਰ ਲੈਂਦੀ ਹੈ, ਪਰ ਇਸ ਦੀ ਕੀਮਤ ਵਜੋਂ ਉਸ ਨੂੰ ਆਪਣੇ ਅਤੀ ਕਰੀਬੀ ਰਿਸ਼ਤੇਦਾਰਾਂ ਦੀ ਅਤੇ ਰਿਸ਼ਤਿਆਂ ਦੀ ਬਲੀ ਦੇਣੀ ਪੈਂਦੀ ਹੈ। ਇਸ ਕਹਾਣੀ ਦੀ ਖੂਬੀ ਇਹ ਬਣਦੀ ਹੈ ਕਿ ਪ੍ਰਵਾਸੀ ਮੁਟਿਆਰ ਪਾਤਰ ਦੇ ਅਵਚੇਤਨੀ ਸੰਸਾਰ ਵਿੱਚ ਰਿੱਝਦੇ ਤੜਪਦੇ ਵਲਵਲਿਆਂ ਅਤੇ ਡਰਾਂ ਵਗੋਚਿਆਂ ਨੂੰ ਬਹੁਤ ਹੀ ਮਨੋਵਿਗਿਆਨਕ ਛੋਹਾਂ ਵਾਲੀ ਗਲਪੀ ਭਾਸ਼ਾ ਰਾਹੀਂ ਪ੍ਰਗਟਾਇਆ ਗਿਆ ਹੈ। ਸਾਡੇ ਪ੍ਰਸਿੱਧ ਕਹਾਣੀਕਾਰ ਜਤਿੰਦਰ ਹਾਂਸ ਦੀ ਕਹਾਣੀ ਗੰਦਲਾਂ ਇਹ ਸਿਰਜਣਾ ਦੇ ਅਕਤੂਬਰ-ਦਸੰਬਰ ਅੰਕ ਵਿੱਚ ਛਪੀ ਸੀ। ਇਸ ਕਹਾਣੀ ਵਿੱਚ ਉੱਤਮ ਪੁਰਖੀ ਧੀ ਰੂਪੀ ਬਿਰਤਾਂਤਕਾਰ ਰਾਹੀਂ ਉਸਦੇ ਡੈਡੀ ਦੀ ਅਧਖੜ ਉਮਰੇ ਵਿਖਾਈ ਦੋਹਰੀ ਪਿਆਰ ਚਾਹਤ ਨਾਲ ਤਿੜਕੇ ਪਰਿਵਾਰਕ ਰਿਸ਼ਤਿਆਂ ਦਾ ਦੁਖਾਂਤ ਪੇਸ਼ ਕੀਤਾ ਗਿਆ ਹੈ। ਕਹਾਣੀ ਦੀ ਬਿਰਤਾਂਤਕਾਰੀ ਦਾ ਸਭ ਤੋਂ ਉਘੜਵਾਂ ਲੱਛਣ ਪਾਤਰਾਂ ਦੇ ਵਿਵਹਾਰ ਨੂੰ ਉਹਨਾਂ ਦੀਆਂ ਮਨੋਗੁੰਝਲਾਂ ਦੇ ਪ੍ਰਸੰਗ ਵਿੱਚ ਚਿਤਰਨਾ ਹੈ। ਬਿਆਨ ਦੀ ਨਾਟਕੀਅਤਾ ਵੀ ਕਹਾਣੀ ਨੂੰ ਦਿਲਕਸ਼ ਬਣਾਉਂਦੀ ਹੈ। ਬਲਵੀਰ ਪਰਵਾਨਾ ਦੀ ਕਹਾਣੀ ਕਤਰਾ ਕਤਰਾ ਮੌਤ ਰਾਗ ਦੇ ਜਨਵਰੀ-ਅਪ੍ਰੈਲ ਅੰਕ 'ਚ ਛਪੀ ਸੀ। ਇਹ ਉੱਤਮ ਪੁਰਖੀ ਪੱਤਰਕਾਰ ਰੂਪੀ ਬਿਰਤਾਂਤਕਾਰ ਰਾਹੀਂ ਉਸਦੇ ਸਹਿਕਰਮੀ ਇੱਕ ਆਮ ਵਰਕਰ ਗੁਰਦੀਸ਼ ਦੀ ਘੁਟਨ ਭਰੀ ਪਰਿਵਾਰਕ ਜ਼ਿੰਦਗੀ ਅਤੇ ਅੰਤ ਗੁਰਦੀਸ਼ ਦੀ ਮੌਤ ਦਾ ਬਿਰਤਾਂਤ ਪੇਸ਼ ਕਰਦੀ ਹੈ। ਇਸ ਦੀ ਬਿਰਤਾਂਤਕਾਰੀ ਦਾ ਸੋਝ ਪਰਿਸਥਿਤੀਆਂ ਦੇ ਢੁਕਵੇਂ ਪ੍ਰਸੰਗ ਵਿੱਚ ਕੀਤੀ ਗੁਰਦੀਸ਼ ਦੀ ਚਰਿੱਤਰ ਉਸਾਰੀ ਵਿੱਚੋਂ ਝਲਕਦਾ ਹੈ। ਸਰਗੀ ਦੀ ਕਹਾਣੀ ਰਬਾਬ ਇਹ ਵੀ ਰਾਗ ਦੇ ਮਈ-ਦਸੰਬਰ ਅੰਕ ਦੇ ਵਿੱਚ ਛਪੀ ਸੀ। ਇਸ ਦਾ ਉੱਤਮ ਪੁਰਖੀ ਪਾਤਰ ਜਿਹੜਾ ਹੈ ਉਹ ਨਾਨਕ ਦੇ ਸੱਚੇ ਨਾਮ ਲੇਵਾ ਅਤੇ ਮਰਦਾਨੇ ਦੀ ਬਰਾਦਰੀ ਨਾਲ ਸੰਬੰਧਿਤ ਪੜ੍ਹੇ ਲਿਖੇ ਜ਼ਹੀਨ ਵਿਅਕਤਿਤਵ ਵਾਲੇ ਨੌਜਵਾਨ ਜਾਨੀ ਇਸ ਬਿਰਤਾਂਤਕਾਰ ਰਾਹੀਂ ਅਕਾਦਮਿਕ ਅਦਾਰਿਆਂ ਵਿਚਲੇ ਭ੍ਰਿਸ਼ਟ ਮਾਹੌਲ ਦਾ ਬਿਰਤਾਂਤ ਪੇਸ਼ ਕਰਦਾ ਹੈ। ਨਿਸ਼ਚੇ ਹੀ ਅਜਿਹੇ ਮਾਹੌਲ ਵਿੱਚ ਨੌਜਵਾਨ ਨੂੰ ਬੇਆਬਰੂ ਹੋ ਕੇ ਜਿਉਣਾ ਪੈਂਦਾ ਹੈ। ਭਾਵੇਂ ਜਿਹੜੀ ਵਿਅੰਗ ਕਥਨੀ ਹੈ ਉਹ ਕਿਤੇ ਕਿਤੇ ਬਿਰਤਾਂਤ ਦੇ ਦਾਰਸ਼ਨਿਕ ਅਤੇ ਰਮਜੀ ਸੁਭਾਅ ਨੂੰ ਠੇਸ ਪਹੁੰਚਾਉਣ ਵਾਲੀ ਹੈ, ਪਰ ਕਹਾਣੀ ਵਿੱਚ ਨਾਨਕ ਮਰਦਾਨੇ ਦੇ ਜੀਵਨ ਫਲਸਫੇ ਨੂੰ ਉਜਾਗਰ ਕਰਨ ਵਾਲੇ ਲੋਕ ਬਿਰਤਾਂਤ ਦੀ ਸਬ ਟੈਕਸਟ ਜਾਨੀ ਅੰਤਰਪਾਠ ਮੂਲਕਤਾ ਵਜੋਂ ਵਰਤੋਂ ਦਾ ਸਫਲਤਾ ਨਾਲ ਕੀਤਾ ਗਿਆ ਪ੍ਰਯੋਗ ਕਹਾਣੀ ਦੀ ਸ਼ਕਤੀ ਬਣਦਾ ਹੈ। ਗੁਰਮੀਤ ਕੜਿਆਲਵੀ ਦੀ ਕਹਾਣੀ ਦਰੋਣਾਚਾਰੀਆ ਇਹ ਸਿਰਜਣਾ ਦੇ ਜੂਨ-ਮਾਰਚ ਅੰਕ ਦੇ ਵਿੱਚ ਛਪੀ ਸੀ। ਇਹ ਉੱਤਮ ਪੁਰਖੀ ਅਧਿਆਪਕ ਰੂਪ ਪਾਤਰ ਰਾਹੀਂ ਪੰਜਾਬ ਦੇ ਅਕਾਦਮਿਕ ਅਦਾਰਿਆਂ ਵਿੱਚ ਫੈਲੇ ਜਾਤ ਪਾਤੀ ਮਾਨਸਿਕਤਾ ਦੇ ਕੋੜ ਦਾ ਬਿਰਤਾਂਤ ਪੇਸ਼ ਕਰਦੀ ਹੈ। ਆਪਣੀ ਕਥਿਤ ਜੱਟਵਾਦੀ ਸੋਚ ਅਤੇ ਵਿਹਾਰ ਰਾਹੀਂ ਇੱਕ ਕੰਮਚੋਰ ਅਧਿਆਪਕ ਕੁਲਵੰਤ ਸਿੰਘ ਸਾਰੇ ਸਕੂਲ ਦਾ ਮਾਹੌਲ ਖਰਾਬ ਕਰਨ ਦਾ ਯਤਨ ਕਰਦਾ ਹੈ, ਪਰ ਵਿਅੰਗ ਦੀ ਗੱਲ ਇਹ ਹੈ ਕਿ 15 ਅਗਸਤ ਨੂੰ ਦਲਿਤ ਭਾਈਚਾਰੇ ਦੇ ਇੱਕ ਕੁਸ਼ਲ ਅਤੇ ਮਿਹਨਤੀ ਅਧਿਆਪਕ ਦੀ ਥਾਂ ਸਰਕਾਰੀ ਸਨਮਾਨ ਕੁਲਵੰਤ ਸਿੰਘ ਨੂੰ ਮਿਲਦਾ ਹੈ। ਵਿਅੰਗ ਕਥਨੀ ਅਤੇ ਅਤ ਕਥਨੀ ਦੇ ਅੰਸ਼ਾਂ ਵਾਲੀ ਪਾਤਰ ਉਸਾਰੀ ਭਾਵੇਂ ਬਿਰਤਾਂਤ ਨੂੰ ਕੁਝ ਉੱਚੀ ਸੁਰ ਵਾਲਾ ਬਣਾਉਂਦੀ ਹੈ, ਪਰ ਦਲਿਤ ਦਮਨ ਦੇ ਭਖਦੇ ਮੁੱਦੇ ਨੂੰ ਲੋੜੀਂਦੇ ਇਤਿਹਾਸਕ ਮਿਥਿਹਾਸਕ ਗਲਪੀ ਵੇਰਵਿਆਂ ਨਾਲ ਉਭਾਰਨ ਦੀ ਜੁਗਤ ਕਹਾਣੀ ਦੀ ਸ਼ਕਤੀ ਬਣਦੀ ਹੈ। ਪ੍ਰਵਾਸੀ ਕਹਾਣੀਕਾਰ ਗੁਰਮੀਤ ਪਨਾਗ ਦੀ ਕਹਾਣੀ ਆਹੌਤ ਰੂਥ ਰਾਗ ਦੇ ਮਈ-ਦਸੰਬਰ ਅੰਕ 'ਚ ਛਪੀ ਸੀ। ਇਹ ਕਹਾਣੀ ਉੱਤਮ ਪੁਰਖੀ
ਜਾਣੀ ਕੈਨੇਡਾ ਵਾਸੀ ਪੰਜਾਬੀ ਔਰਤ ਦੇ ਬਿਰਤਾਂਤਕਾਰ ਰਾਹੀਂ ਇੱਕ ਫਕੀਰ ਰੂਹ ਵਾਲੀ ਬਜ਼ੁਰਗ ਰੂਥ ਦਾ ਬਿਰਤਾਂਤ ਪੇਸ਼ ਕਰਦੀ ਹੈ। ਜਰਮਨ ਨਾਜ਼ੀਵਾਦ ਦੇ ਨਸਲੀ ਪ੍ਰਕੋਪ ਦਾ ਸ਼ਿਕਾਰ ਹੋਈ ਯਹੂਦੀ ਰੂਥ ਭਾਵੇਂ ਜਲਾਵਤਨੀ ਦੌਰਾਨ ਆਪਣਾ ਬਹੁਤ ਕੁਝ ਗੁਆ ਚੁੱਕੀ ਹੈ, ਪਰ ਸੰਕਟ ਸਮੇਂ ਵੀ ਭਰਾਤਰੀ ਭਾਵ ਵਾਲੀ ਮਾਨਵਵਾਦੀ ਸੋਚ ਨੂੰ ਉਸਨੇ ਬਚਾ ਰੱਖਿਆ ਹੈ ਅਤੇ ਇਸ ਸੋਚ ਰਾਹੀਂ ਹੀ ਉਹ ਵਿਸ਼ਵ ਵਿੱਚੋਂ ਨਸਲੀ ਭੇਦਭਾਵ ਮਿਟਾਉਣ ਨੂੰ ਆਪਣਾ ਜੀਵਨ ਉਦੇਸ਼ ਬਣਾ ਲੈਂਦੀ ਹੈ। ਕਹਾਣੀ ਦੀ ਸ਼ਕਤੀ ਜਿੱਥੇ ਇੱਕ ਪਾਸੇ ਪਾਰ ਰਾਸ਼ਟਰੀ ਮਾਨਵੀ ਸਰੋਕਾਰਾਂ ਨੂੰ ਉਭਾਰਨ ਵਿੱਚ ਹੈ, ਉੱਥੇ ਦੂਜੇ ਪਾਸੇ ਰੂਥ ਜਿਹੀ ਜਟਲ ਪਾਤਰ ਦੀ ਬਹੁਪਰਤੀ ਚਰਿੱਤਰ ਉਸਾਰੀ ਕਰਕੇ ਵੀ ਬਣਦੀ ਹੈ। ਹਰਜੀਤ ਅਟਵਾਲ ਦੀ ਕਹਾਣੀ ਵਰੇਗੰਢ ਇਹ ਪ੍ਰਵਚਨ ਦੇ ਜਨਵਰੀ-ਮਾਰਚ ਅੰਕ ਦੇ ਵਿੱਚ ਛਪੀ ਸੀ। ਇਹ ਅੰਨਿਆ ਪੁਰਖੀ ਬਿਰਤਾਂਤਕਾਰ ਰਾਹੀਂ ਇੰਗਲੈਂਡ ਵਸਦੇ ਇੱਕ ਬਜ਼ੁਰਗ ਪ੍ਰਵਾਸੀ ਜੋੜੇ ਦੇ ਅੰਤਲੇ ਕਸ਼ਟਮਈ ਪੜਾਅ ਦਾ ਬਿਰਤਾਂਤ ਪੇਸ਼ ਕਰਦੀ ਹੈ। ਪਦਾਰਥਮੁਖੀ ਸੋਚ ਵਾਲੇ ਨੂੰਹ ਪੁੱਤ ਨੂੰ ਮਾਪਿਆਂ ਦੀ ਸਾਂਭ ਸੰਭਾਲ ਨਾਲੋਂ ਵੱਧ ਫਿਕਰ ਆਪਣੇ ਜੱਦੀ ਘਰ ਨੂੰ ਆਪਣੇ ਨਾਂ ਕਰਵਾ ਲੈਣ ਦਾ ਹੈ, ਪਰ ਬਜ਼ੁਰਗ ਪੂਰੇ ਦ੍ਰਿੜ ਇਰਾਦੇ ਨਾਲ ਉਹਨਾਂ ਦੀ ਇਸ ਸਵਾਰਥੀ ਚਾਲ ਨੂੰ ਫੇਲ ਕਰਦਿਆਂ ਘਰ ਨੂੰ ਆਪਣਾ ਬੁਢਾਪਾ ਸੁਖਾਲਾ ਕਰਨ ਲਈ ਵਰਤਨ ਜਾਨੀ ਹੈਲਥ ਕੇਅਰ ਵਾਲਿਆਂ ਨੂੰ ਦੇਣ ਦਾ ਫੈਸਲਾ ਕਰਦਾ ਹੈ। ਕਹਾਣੀ ਦੀ ਸ਼ਕਤੀ ਇੱਕ ਪਾਸੇ ਬਜ਼ੁਰਗਾਂ ਦੇ ਨਵੇਂ ਨਜ਼ਰੀਏ ਰਾਹੀਂ ਵਸਤੂ ਯਥਾਰਥ ਨੂੰ ਨਿਹਾਰਨ ਵਿੱਚ ਹੈ, ਤਾਂ ਦੂਜੇ ਪਾਸੇ ਪ੍ਰਵਾਸੀ ਜੀਵਨ ਨਾਲ ਸੰਬੰਧਿਤ ਢੁਕਵੇਂ ਵੇਰਵਿਆਂ ਰਾਹੀਂ ਸਹਿਜ ਸੁਭਾਵਕ ਸਰੂਪ ਵਾਲਾ ਬਿਰਤਾਂਤ ਸਿਰਜਣ ਵਿੱਚ ਵੀ ਹੈ। ਪਾਕਿਸਤਾਨੀ ਕਹਾਣੀਕਾਰ ਤੌਕੀਰ ਚੁਗਤਾਈ ਦੀ ਕਹਾਣੀ ਮੈਂ ਤਿਲਕ ਗਿਆ ਸਾਂ, ਇਹ ਸਮਕਾਲੀ ਸਾਹਿਤ ਦੇ ਅਪ੍ਰੈਲ-ਜੂਨ ਅੰਕ ਦੇ ਵਿੱਚ ਛਪੀ ਸੀ। ਇਹ ਕਹਾਣੀ ਉੱਤਮ ਪੁਰਖੀ ਯਾਨੀ ਅਧਖੜ ਉਮਰ ਦੇ ਪਾਕਿਸਤਾਨੀ ਪੰਜਾਬੀ ਬੰਦੇ ਦੇ ਬਿਰਤਾਂਤਕਾਰ ਰਾਹੀਂ ਜ਼ਿੰਦਗੀ ਦੇ ਇੱਕ ਅਹਿਮ ਮੋੜ ਦਾ ਬਿਰਤਾਂਤ ਸਿਰਜਦੀ ਹੈ। ਉਮਰ ਦੇ ਇਸ ਪੜਾਅ ਉੱਤੇ ਪਹੁੰਚ ਕੇ ਮਨੁੱਖ ਦੇ ਆਲੇ ਦੁਆਲੇ ਬਹੁਤ ਕੁਝ ਉਸ ਨੂੰ ਰਵਾਉਣ ਵਾਲਾ ਵਾਪਰਦਾ ਹੈ, ਪਰ ਬੇਝਿਜਕ ਰੋਣ ਲਈ ਕੋਈ ਹਮਦਰਦ ਮੋਢਾ ਨਹੀਂ ਮਿਲਦਾ। ਆਵਾਜ਼ਾਰੀ ਦਾ ਅਹਿਸਾਸ ਭੋਗ ਰਹੇ ਪਾਤਰ ਨੂੰ ਆਪਣੀ 5-6 ਵਰਿਆਂ ਦੀ ਬਾਲੜੀ ਦਾ ਮਾਂ ਜਾਂ ਦਾਦੀ ਵਰਗਾ ਹਮਦਰਦ ਮੋਢਾ ਜਦੋਂ ਮਿਲਦਾ ਹੈ ਤਾਂ ਉਹ ਉਸ ਦੇ ਨਾਲ ਹੀ ਰੋ ਕੇ ਹਲਕਾ ਮਹਿਸੂਸ ਕਰਦਾ ਹੈ। ਅਤੀ ਸੰਖੇਪ ਬਿਰਤਾਂਤਿਕ ਫੈਲਾਅ ਵਾਲੀ ਇਹ ਕਹਾਣੀ ਇਸ ਦਾ ਸਲਾਹੁਣਯੋਗ ਪੱਖ ਬੰਦੇ ਦੇ ਅਹਿਮ ਅਸਤਿਤਵੀ ਸਰੋਕਾਰਾਂ ਵੱਲ ਝਾਤ ਪਾਉਣ ਨਾਲ ਸੰਬੰਧਿਤ ਹੈ। ਸਾਵਲ ਧਾਮੀ ਦੀ ਕਹਾਣੀ ਮਹਿਕ ਦੀ ਚੂੰਡੀ ਇਹ ਚਿਰਾਗ ਦੇ ਅਪ੍ਰੈਲ-ਸਤੰਬਰ ਅੰਕ ਦੇ ਵਿੱਚ ਛਪੀ ਸੀ। ਇਸ ਦਾ ਅੰਨਿਆ ਪੁਰਖੀ ਬਿਰਤਾਂਤਕਾਰ ਇੱਕ ਪਨਾਹਗੀਰ ਬਜ਼ੁਰਗ ਗੁਰਮੀਤ ਸਿੰਘ ਢੇਸੀ ਦਾ ਬਿਰਤਾਂਤ ਪੇਸ਼ ਕਰਦਾ ਹੈ। ਉਸ ਦੇ ਅਵਚੇਤਨ ਵਿੱਚ ਇੱਕੋ ਸਮੇਂ 47 ਦੀ ਵੰਡ ਦੇ ਹਵਾਲੇ ਨਾਲ ਅੰਗਰੇਜ਼ ਹਕੂਮਤ ਵੱਲੋਂ ਦਿੱਤਾ ਦਰਦ ਵੀ ਪਿਆ ਹੈ, ਪਰ ਨਾਲ ਹੀ ਇੱਕ ਮੇਮ ਮੁਟਿਆਰ ਵੱਲੋਂ ਪਿਆਰ ਭਰੀ ਚੁੰਡੀ ਨਾਲ ਦਿੱਤਾ ਸੁਖਦ ਅਹਿਸਾਸ ਵੀ ਸ਼ਾਮਲ ਹੈ। ਯਾਦ ਦੀ ਕਥਾ ਜੁਗਤ ਨਾਲ ਸਿਰਜੀ ਇਹ ਬਹੁਤ ਸੂਖਮ ਕਹਾਣੀ ਬੜੀ ਸਮਰੱਥਾ ਨਾਲ ਜ਼ਿੰਦਗੀ ਦੇ ਮੂਲ ਸੱਚ ਯਾਨੀ ਕਿ ਜ਼ਿੰਦਗੀ ਦੁੱਖ ਸੁੱਖ ਦਾ ਮਿਲਗੋਭਾ ਹੀ ਹੁੰਦਾ ਹੈ ਵੱਲ ਸੰਕੇਤ ਕਰਦੀ ਹੈ। ਮਨੁੱਖੀ ਅਵਚੇਤਨ ਦੇ ਚ ਬਹੁਤ ਡੂੰਘੇ ਉਤਰ ਕੇ ਹੀ ਅਜਿਹੇ ਸੱਚ ਤੱਕ ਪਹੁੰਚਣਾ ਸੰਭਵ ਹੁੰਦਾ ਹੈ। ਇਹਨਾਂ ਉਪਰੋਕਤ ਵਰਣਿਤ ਕਹਾਣੀਆਂ ਤੋਂ ਇਲਾਵਾ ਕੁਝ ਹੋਰ ਵੀ ਉਲੇਖਯੋਗ ਕਹਾਣੀਆਂ ਹਨ, ਜਿਵੇਂ ਚੱਲ ਟਿਮ ਹਾਰਟਨ ਚੱਲੀਏ ਗੁਰਮੀਤ ਕੜਿਆਲਵੀ, ਛਣ ਛਣ ਭਗਵੰਤ ਰਸੂਲਪੁਰੀ, ਜ਼ੀਰਾ ਆਲੂ
ਬਲਵੀਰ ਪਰਵਾਨਾ, ਵਰਜਿਤ ਫਲ ਕੁਲਜੀਤ ਮਾਨ, ਕ੍ਰਿਸਮਸ ਈਵ ਸੰਤੋਖ ਧਾਲੀਵਾਲ, ਭਾਰ ਬਲਵੀਰ ਕੌਰ ਸੰਘੇੜਾ, ਦੂਰੀਆਂ ਜਿੰਦਰ, ਗਤੀ ਸੰਦੀਪ ਸਮਰਾਲਾ, ਚੀਸ ਅਨੇਮਨ ਸਿੰਘ, ਮਸਤ ਹਰਜੀਤ ਅਟਵਾਲ, ਬੇਅਦਬੀ ਬਲਦੇਵ ਢੀਂਡਸਾ, ਨੋਵਲ ਕਮੀਨਾ ਵਾਇਰਸ ਕੇਸਰਾ ਰਾਮ, ਰੀਟਰੀਟ ਹਰਪ੍ਰੀਤ ਸੇਖਾ, ਇੱਕ ਸੱਚੇ ਕਾਮਰੇਡ ਦਾ ਇਕਲਾਪਾ ਬਲਵੀਰ ਪਰਵਾਨਾ, ਮੈਂ ਕੋਈ ਚਾਬੁਕ ਨਹੀਂ ਹਰਜੀਤ ਅਟਵਾਲ, ਗੜੀ ਪਠਾਣਾ ਅਜਮੇਰ ਸਿੱਧੂ, ਸ਼ਾਇਦ ਦਿਨ ਚੜ੍ਹ ਜਾਂਦਾ ਪਵਿੱਤਰ ਮਾਟੀ, ਤੇ ਅਜਿਹੀਆਂ ਕੁਝ ਹੋਰ ਵੀ ਕਹਾਣੀਆਂ ਇਹਨਾਂ ਦੇ ਵਿੱਚ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਇਸ ਸਾਲ ਦੀ ਕਹਾਣੀ ਪੜ੍ਹਦਿਆਂ ਜਿਹੜੇ ਕੁਝ ਹੋਰ ਤੱਥ ਉੱਭਰ ਕੇ ਸਾਹਮਣੇ ਆਏ ਹਨ ਉਹ ਇਸ ਪ੍ਰਕਾਰ ਹਨ। ਇਸ ਸਾਲ ਤੀਜੇ ਪੜਾਅ ਦੇ ਮੋਹਤਬਰ ਕਹਾਣੀਕਾਰਾਂ ਦੀਆਂ ਕਹਾਣੀਆਂ ਵੀ ਕਾਫੀ ਮਾਤਰਾ 'ਚ ਛਪੀਆਂ ਹਨ, ਜਿਵੇਂ ਗਰਦਾਵਰੀ, ਜੂਲੀ ਦੇ ਵਸ, ਇਹ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਨੇ, ਪ੍ਰੇਮ ਗੋਰਖੀ ਦੀ ਰੇਸ਼ੂ ਨੰਬਰ 1, ਜਰਨੈਲ ਸਿੰਘ ਸੇਖਾ ਦੀ ਗੁੱਡ ਮਾਰਨਿੰਗ, ਪ੍ਰੇਮ ਮਾਨ ਦੀ ਜਿਸ ਤਨ ਲਾਗੇ, ਮਨਮੋਹਨ ਬਾਵਾ ਦੀ ਊਧਮ ਸਿੰਘ ਦੀ ਜੱਸੀ, ਅਤਰਜੀਤ ਦੀ ਸਾਡੇ ਹਿੱਸੇ ਦਾ ਹਿੰਦੁਸਤਾਨ, ਜਸਬੀਰ ਭੁੱਲਰ ਦੀ ਹੈਲੋਪੈਡੀ, ਮੁਖਤਾਰ ਗਿੱਲ ਦੀ ਮੋਰ ਘੁੱਗੀਆਂ, ਕਿਰਪਾਲ ਕਜ਼ਾਕ ਦੀ ਕੀੜਿਆਂ ਦਾ ਭੌਣ, ਸੁਰਿੰਦਰ ਅਬਰਾਏ ਦੀ ਮਦਾਰੀ, ਸੰਤੋਖ ਧਾਲੀਵਾਲ ਦੀ ਡੈਡ ਨਹੀਂ ਫਾਦਰ, ਗੁਰਦੇਵ ਰਪਾਣਾ ਦੀ ਭਾਰਤ ਰਤਨ। ਇਸ ਤੋਂ ਇਲਾਵਾ ਵੀ ਤੀਜੀ ਪੀੜ੍ਹੀ ਦੇ ਮਹੱਤਵਪੂਰਨ ਕਹਾਣੀਕਾਰਾਂ ਦੀਆਂ ਹੋਰ ਕੁਝ ਕਹਾਣੀਆਂ ਵੀ ਛਪੀਆਂ ਹਨ। ਇਹ ਹੌਸਲਾ ਵਧਾਊ ਗੱਲ ਹੈ ਕਿ ਤੀਜੇ ਪੜਾਅ ਦੇ ਇਹ ਕਹਾਣੀਕਾਰ ਇਹ ਸਾਡੇ ਮਾਣਯੋਗ ਹਨ ਅਤੇ ਪੂਰੀ ਸਰਗਰਮੀ ਨਾਲ ਲਿਖ ਰਹੇ ਹਨ ਅਤੇ ਇਹਨਾਂ ਦੇ ਕੋਲ ਪ੍ਰੌੜ ਗਲਪੀ ਹੁਨਰ ਵੀ ਹੈ ਲਿਖਣ ਦਾ। ਪਰ ਜਦੋਂ ਇਹਨਾਂ ਦੇ ਵਸਤੂ ਚੋਣ ਦਾ ਅਧਿਐਨ ਕਰਦੇ ਹਾਂ ਤਾਂ ਫਿਰ ਇਹ ਮਹਿਸੂਸ ਹੁੰਦਾ ਹੈ ਕਿ ਅਨੁਭਵ ਦੇ ਵਿੱਚ ਉਹ ਸੱਜਰਾਪਨ ਨਹੀਂ ਰਿਹਾ ਜਿਸ ਤਰ੍ਹਾਂ ਦਾ ਕਿ ਇਹਨਾਂ ਦੇ ਤੀਜੇ ਪੜਾਅ ਵੇਲੇ ਵੇਖਣ ਨੂੰ ਮਿਲਦਾ ਸੀ। ਇਉਂ ਜਾਪਦਾ ਹੈ ਕਿ ਜਿਵੇਂ ਇਹ ਪੁਰਾਣੀਆਂ ਯਾਦਾਂ ਨੂੰ ਹੀ ਮਾੜੀ ਮੋਟੀ ਗਲਪੀ ਰੰਗਣ ਦੇ ਕੇ ਸਾਂਝੀਆਂ ਕਰ ਰਹੇ ਹੋਣ। ਸਾਡੇ ਕੁਝ ਅਹਿਮ ਕਹਾਣੀਕਾਰ ਇਸ ਸਾਲ ਸਦੀਵੀ ਵਿਛੋੜਾ ਦੇ ਗਏ ਹਨ। ਵੇਰਵਾ ਇਸ ਤਰ੍ਹਾਂ ਹੈ: ਇੰਦਰ ਸਿੰਘ ਖਾਮੋਸ਼, ਦਲੀਪ ਕੌਰ ਟਿਵਾਣਾ, ਜਸਵੰਤ ਸਿੰਘ ਕਮਲ, ਜ਼ੋਰਾ ਸਿੰਘ ਸੰਧੂ, ਹਮਦਰਦ ਵੀਰ ਨਸ਼ਹਰਵੀ, ਆਮੀਨ ਮਲਕ, ਰਾਜ ਕੁਮਾਰ ਗਰਗ, ਰਕੇਸ਼ ਰਮਨ, ਭੂਰਾ ਸਿੰਘ ਕਲੇਰ ਅਤੇ ਸ਼ਰਨਜੀਤ ਕੌਰ। ਪਾਕਿਸਤਾਨ ਤੋਂ ਮੇਰੇ ਬਹੁਤ ਹੀ ਅਜ਼ੀਜ਼ ਨਾਮਵਰ ਪਾਕਿਸਤਾਨੀ ਪੰਜਾਬੀ ਚਿੰਤਕ ਅਤੇ ਕਹਾਣੀਕਾਰ ਡਾਕਟਰ ਕਰਾਮਤ ਮੁਗਲ ਦੁਆਰਾ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਸ ਵਰੇ ਉਧਰ ਅੱਧੀ ਦਰਜਨ ਦੇ ਕਰੀਬ ਮੌਲਿਕ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ ਅਤੇ ਇੱਕ ਸੰਪਾਦਿਤ ਕਹਾਣੀ ਸੰਗ੍ਰਹਿ ਰੰਗ ਬਰੰਗੀ ਕਹਾਣੀ ਜਿਸ ਨੂੰ ਮਲਕ ਸ਼ਾਹ ਸਵਾਰ ਨਾਸਰ ਨੇ ਸੰਪਾਦਿਤ ਕੀਤਾ ਹੈ ਉਹ ਵੀ ਛਪਿਆ ਹੈ। ਢਾਹਾਂ ਪੁਰਸਕਾਰ ਦੀ ਹੌਸਲਾ ਅਫਜ਼ਾਈ ਨਾਲ ਪਾਕਿਸਤਾਨੀ ਪੰਜਾਬ ਦੇ ਕਹਾਣੀ ਦੇ ਖੇਤਰ ਵਿੱਚ ਵੀ ਕਾਫੀ ਸਰਗਰਮੀ ਵੱਧ ਗਈ ਜਾਪਦੀ ਹੈ। ਪਾਕਿਸਤਾਨੀ ਪੰਜਾਬੀ ਕਹਾਣੀ ਨਾਲੋਂ ਨਾਲ ਲਿਪਿਅੰਤਰ ਹੋ ਕੇ ਭਾਰਤ ਵਿੱਚ ਅਜੇ ਅਲਪ ਮਾਤਰ ਹੀ ਪਹੁੰਚਦੀ ਹੈ, ਪਰ ਇਸ ਸਾਲ ਬੈਲਜੀਅਮ ਵਸਦੇ ਨਾਮਵਰ ਪਾਕਿਸਤਾਨੀ ਪੰਜਾਬੀ ਕਹਾਣੀਕਾਰ ਆਗਾ ਅਲੀ ਮੁਦੱਸਰ ਦਾ ਮਹੱਤਵਪੂਰਨ ਕਹਾਣੀ ਸੰਗ੍ਰਹਿ ਕਾਵਾਂ ਦੇ ਅਥਰੂ ਗੁਰਮੁਖੀ ਵਿੱਚ ਵੀ ਛਪਿਆ ਹੈ, ਜਿਸ ਦਾ ਲਿਪਿਅੰਤਰਨ ਨੌਜਵਾਨ ਚਿੰਤਕ ਡਾਕਟਰ ਪਰਮਜੀਤ ਸਿੰਘ ਮੀਸ਼ਾ ਨੇ ਕੀਤਾ ਹੈ।
ਪ੍ਰਵਾਸੀ ਪੰਜਾਬੀ ਕਹਾਣੀ ਦਾ ਸੰਸਾਰ ਜੇ ਕੈਨੇਡਾ ਤੋਂ ਬਾਹਰ ਨਜ਼ਰ ਮਾਰੀਏ ਤਾਂ ਤੇਜ਼ੀ ਨਾਲ ਸੁੰਗੜਨਾ ਸ਼ੁਰੂ ਹੋ ਚੁੱਕਿਆ ਹੈ। ਪਰ ਇਸ ਵਰੇ ਅਮਰੀਕਾ ਵਸਦੇ ਕਰਮ ਸਿੰਘ ਮਾਨ ਦਾ ਕਹਾਣੀ ਸੰਗ੍ਰਹਿ ਬੋਸਕੀ ਦਾ ਪਜਾਮਾ ਪ੍ਰਕਾਸ਼ਿਤ ਹੋਇਆ ਹੈ। ਇਸੇ ਤਰ੍ਹਾਂ ਹਰਜੀਤ ਅਟਵਾਲ ਜੋ ਕਿ ਯੂਕੇ ਦਾ ਵਾਸੀ ਹੈ ਦੀਆਂ ਇਸ ਸਾਲ 3 ਕਹਾਣੀਆਂ ਛਪੀਆਂ ਹਨ। ਇਹ ਦੋਨੇ ਗੱਲਾਂ ਪੰਜਾਬੀ ਪ੍ਰਵਾਸੀ ਕਹਾਣੀ ਦੇ ਪਾਠਕ ਨੂੰ ਕੁਝ ਢਾਲਸ ਦੇਣ ਵਾਲੀਆਂ ਜਾਪਦੀਆਂ ਹਨ। 2019 ਲਈ ਢਾਹਾਂ ਪੁਰਸਕਾਰ ਜਿਨ੍ਹਾਂ 2 ਕਹਾਣੀ ਸੰਗ੍ਰਹਿਆਂ ਦੇ ਹਿੱਸੇ ਆਇਆ, ਉਹਨਾਂ ਦੇ ਰਚਨਹਾਰ ਕੇਸਰਾ ਰਾਮ ਜਨਾਨੀ ਪਹੁਦ ਦੇ ਕਰਤਾ ਤੇ ਜ਼ੁਬੈਰ ਅਹਿਮਦ ਪਾਣੀ ਦੀ ਕੰਧ ਦੇ ਕਰਤਾ ਦੋਨੋਂ ਹੀ ਵਧਾਈ ਦੇ ਹੱਕਦਾਰ ਹਨ। ਇਸੇ ਤਰ੍ਹਾਂ ਸਾਹਿਤਿਆ ਅਕਾਦਮੀ ਦਾ ਪੁਰਸਕਾਰ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ ਨੂੰ ਪ੍ਰਾਪਤ ਹੋਇਆ, ਜੋ ਕਹਾਣੀ ਖੇਤਰ ਲਈ ਵੱਡੇ ਮਾਣ ਵਾਲੀ ਗੱਲ ਹੈ। ਇਸ ਵਰੇ ਕਰੋਨਾ ਦੀ ਕਰੋਪੀ ਕਰਕੇ ਹੁਣ ਵਰਗੇ ਕੁਝ ਚੰਗੇ ਰਸਾਲਿਆਂ ਦੇ ਅੰਕ ਵੀ ਛਪ ਨਹੀਂ ਸਕੇ ਤੇ ਕੁਝ ਦੇ ਬਹੁਤ ਪਛੜ ਕੇ ਛਪ ਸਕੇ ਹਨ। ਇਸ ਕਰਕੇ ਚੰਗੀਆਂ ਕਹਾਣੀਆਂ ਬਹੁਤ ਘੱਟ ਮਾਤਰਾ ਵਿੱਚ ਪ੍ਰਾਪਤ ਹੋ ਸਕੀਆਂ। ਪਰ ਸੰਕਟ ਸਮੇਂ ਵੀ ਰਿਸਾਲੇ ਪ੍ਰਵਚਨ ਨੇ ਡਲਹੌਜੀ ਕਹਾਣੀ ਗੋਸ਼ਟੀ ਵਿਸ਼ੇਸ਼ ਅੰਕ ਛਾਪ ਕੇ ਆਪਣੀ ਇਸ ਸਿਹਤਮੰਦ ਪਿਰਤ ਨੂੰ ਜਾਰੀ ਰੱਖਿਆ ਹੈ। ਇੱਕ ਹੋਰ ਗੱਲ ਬੜੀ ਦਿਲਚਸਪੀ ਵਾਲੀ ਹੈ ਕਿ ਸ਼ਾਹਕਾਰ ਕਹਾਣੀਆਂ ਲਿਖਣ ਵਾਲੇ ਹਰਪ੍ਰੀਤ ਸਿੰਘ ਚੰਨੂ ਨੇ 35-40 ਸਾਲਾਂ ਦੇ ਵਕਫੇ ਮਗਰੋਂ ਇਸ ਸਾਲ ਕਹਾਣੀ 70 ਨਾਲ ਮੁੜ ਭਰਵੀਂ ਦਸਤਕ ਦੇ ਕੇ ਖੂਬ ਪ੍ਰਸ਼ੰਸਾ ਹਾਸਲ ਕੀਤੀ ਹੈ। ਉਸ ਕਹਾਣੀਕਾਰ ਨੂੰ ਖੁਸ਼ਾਮਦੀਦ ਕਹਿਣਾ ਬਣਦਾ ਹੈ। ਇਸ ਸਾਲ ਕਰੋਨਾ ਦੇ ਬਾਵਜੂਦ ਕਹਾਣੀ ਸੰਗ੍ਰਹਿ ਸੰਪਾਦਿਤ ਕਰਨ ਵਿੱਚ ਬਹੁਤ ਹੀ ਵਿਸ਼ੇਸ਼ ਸਰਗਰਮੀ ਵੇਖਣ ਨੂੰ ਮਿਲੀ। ਕੁਝ ਉਲੇਖਯੋਗ ਕਹਾਣੀ ਸੰਗ੍ਰਹਿ ਜਿਹੜੇ ਸੰਪਾਦਿਤ ਕੀਤੇ ਗਏ ਹਨ, ਉਹਨਾਂ ਬਾਰੇ ਜਾਣਕਾਰੀ ਇਸ ਤਰ੍ਹਾਂ ਹੈਗੀ ਹੈ ਕਿ ਸਰਵੋਤਮ ਸਮਕਾਲੀ ਪੰਜਾਬੀ ਕਹਾਣੀ ਇਹ ਨੈਸ਼ਨਲ ਬੁੱਕ ਟਰਸਟ ਨੇ ਛਾਪਿਆ, ਤੇ ਟੂਣੇ ਹਾਰੀ ਰੁੱਤ ਜਿਹਦੇ ਵਿੱਚ 21ਵੀਂ ਸਦੀ ਦੀ ਚੋਣਵੀਂ ਪੰਜਾਬੀ ਕਹਾਣੀ ਸ਼ਾਮਲ ਹੈ, ਤੇ ਇਸੇ ਤਰ੍ਹਾਂ ਨਵੀਂ ਰੁੱਤ ਦੇ ਸੁਪਨੇ ਜਿਹਦੇ ਵਿੱਚ 2019 ਦੀਆਂ ਸਰਵੋਤਮ ਕਹਾਣੀਆਂ ਨੂੰ ਛਾਪਿਆ ਗਿਆ ਹੈ। ਤਾਂ ਇਹਨਾਂ ਤਿੰਨਾਂ ਕਹਾਣੀ ਸੰਗ੍ਰਹਿਆਂ ਦਾ ਜਿਹੜਾ ਸੰਪਾਦਨ ਹੈ ਉਹ ਮੈਂ ਕੀਤਾ ਹੈ ਬਲਦੇਵ ਸਿੰਘ ਢਾਲੀਵਾਲ। ਇਸੇ ਤਰ੍ਹਾਂ ਇੱਕ ਕਹਾਣੀ ਸੰਗ੍ਰਹਿ ਸੰਕਟਨਾਮਾ ਪੰਜਾਬ, ਜਿਹਦੇ 'ਚ ਪੰਜਾਬ ਸੰਕਟ ਦੀ 24ਵੀਂ ਪੰਜਾਬੀ ਕਹਾਣੀ ਛਪੀ ਹੈ। ਇਹ ਮੈਂ ਤੇ ਡਾਕਟਰ ਸੁਰਜੀਤ ਸਿੰਘ ਨੇ ਸਾਂਝੇ ਤੌਰ ਤੇ ਸੰਪਾਦਿਤ ਕੀਤਾ। ਇੱਕ ਕਮਰਾ ਨੰਬਰ 302 ਅਤੇ ਹੋਰ ਕਹਾਣੀਆਂ, ਇਹਦੇ 'ਚ ਵਿਦਿਆਰਥੀ ਲੇਖਕਾਂ ਦੀਆਂ 26 ਕਹਾਣੀਆਂ ਜਿਹੜੀਆਂ ਹੈਗੀਆਂ ਉਹ ਸ਼ਾਮਲ ਕੀਤੀਆਂ ਗਈਆਂ। ਇਸ ਕਹਾਣੀ ਸੰਗ੍ਰਹਿ ਨੂੰ ਬਲਵੀਰ ਕੌਰ ਰੀਹਲ ਨੇ ਤੇ ਉਹਨਾਂ ਦੇ ਸਹਿਯੋਗੀ ਕੁਲਵਿੰਦਰ ਸਿੰਘ ਸੱਗੀ ਨੇ ਸੰਪਾਦਿਤ ਕੀਤਾ। ਅਨੇਮਨ ਸਿੰਘ ਨੇ ਇੱਕ ਕਹਾਣੀ ਸੰਗ੍ਰਹਿ ਸੰਪਾਦਿਤ ਕੀਤਾ 31 ਦਲਿਤ ਕਹਾਣੀਆਂ। ਇਸੇ ਤਰ੍ਹਾਂ ਰਵੇਲ ਸਿੰਘ ਨੇ ਇੱਕ ਕਹਾਣੀ ਸੰਗ੍ਰਹਿ ਸੰਪਾਦਿਤ ਕੀਤਾ ਸ਼ਾਇਦ ਦਿਨ ਚੜ੍ਹ ਜਾਂਦਾ, ਜਿਹਦੇ 'ਚ ਕਿ ਕਿਸਾਨੀ ਜੀਵਨ ਤੇ ਕੇਂਦਰਿਤ 25 ਕਹਾਣੀਆਂ। 2019 ਦੀਆਂ ਕਹਾਣੀਆਂ ਦੇ ਕੁਝ ਹੋਰ ਸੰਗ੍ਰਹਿ ਵੀ ਜਿਹੜੇ ਹੈਗੇ ਉਹ ਸੰਪਾਦਿਤ ਕੀਤੇ ਗਏ ਹੈ, ਜਿਵੇਂ ਬਿਹਤਰੀਨ ਕਹਾਣੀਆਂ ਭਾਗ ਪਹਿਲਾ, ਇਹ ਸੁਸ਼ੀਲ ਦੁਸਾਂਝ ਹੋਰਾਂ ਨੇ ਸੰਪਾਦਿਤ ਕੀਤਾ, ਤੇ ਇਸੇ ਤਰ੍ਹਾਂ ਹੀ 2019 ਦੀਆਂ 24ਵੀਆਂ ਕਹਾਣੀਆਂ ਭਾਗ ਦੂਜਾ, ਇਹ ਵੀ ਸੁਸ਼ੀਲ ਦੁਸਾਂਝ ਹੋਰਾਂ ਨੇ ਸੰਪਾਦਿਤ ਕੀਤਾ। ਵਿਸ਼ੇ ਮੂਲਕ ਵੰਨਗੀ ਦੇ ਅਜਿਹੇ ਕਹਾਣੀ ਸੰਗ੍ਰਹਿ ਤਿਆਰ ਕਰਨਾ ਬਹੁਤ ਵਧੀਆ ਪਿਰਤ ਹੈ ਤੇ ਜਾਰੀ ਰਹਿਣੀ ਚਾਹੀਦੀ ਹੈ, ਪਰ ਸੰਪਾਦਕਾਂ ਨੂੰ ਆਪਣੀ ਸੰਪਾਦਨ ਦ੍ਰਿਸ਼ਟੀ ਸੰਬੰਧੀ ਰਤਾ ਹੋਰ ਗੰਭੀਰ ਹੋਣ ਦੀ ਜ਼ਰੂਰਤ ਹੈ। ਸੰਪਾਦਨ ਕਾਰਜ ਬਹੁਤ ਮਿਹਨਤ ਅਤੇ ਖੋਜ ਕੁਸ਼ਲਤਾ ਦੀ ਮੰਗ ਕਰਦਾ ਹੈ।
ਇਸ ਲਈ ਇਹ ਕਾਰਜ ਨਿਰੋਲ ਮੰਡੀ ਦੀਆਂ ਲੋੜਾਂ ਪੂਰੀਆਂ ਕਰਨ ਜਾਂ ਨਿੱਜੀ ਹਉਮੈ ਨੂੰ ਸੰਤੁਸ਼ਟ ਕਰਨ ਲਈ ਨਹੀਂ ਹੋਣਾ ਚਾਹੀਦਾ। ਪੰਜਾਬੀ ਕਹਾਣੀ ਦੇ ਖੇਤਰ ਦੀਆਂ ਇਹਨਾਂ ਸਮੂਹ ਸਰਗਰਮੀਆਂ ਦੇ ਆਧਾਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਕਰੋਨਾ ਦੇ ਆਫਤੀ ਦੌਰ ਵਿੱਚ ਵੀ ਇਹ ਸੁਖਦ ਅਹਿਸਾਸ ਦੇਣ ਵਾਲੀ ਗੱਲ ਹੈ ਕਿ ਪੰਜਾਬੀ ਕਹਾਣੀਕਾਰ ਇਤਿਹਾਸਕ ਚੁਣੌਤੀ ਨੂੰ ਸਮਝਦਿਆਂ ਪੂਰੇ ਉਤਸ਼ਾਹ ਨਾਲ ਅਜੋਕੇ ਨਿਊ ਨਾਰਮਲ ਦੀ ਪਛਾਣ ਕਰਨ ਅਤੇ ਉਸ ਨੂੰ ਗਲਪ ਬਿੰਬ ਰਾਹੀਂ ਪੇਸ਼ ਕਰਨ ਵਿੱਚ ਜਿਹੜਾ ਹੈ ਕਾਫੀ ਸਰਗਰਮੀ ਨਾਲ ਜੁਟੇ ਰਹੇ ਹਨ। ਬਹੁਤੀ ਅਜੋਕੀ ਪੰਜਾਬੀ ਕਹਾਣੀ ਉੱਤਮ ਪੁਰਖੀ ਬਿਰਤਾਂਤਕਾਰ ਦੀ ਵਿਧੀ ਨਾਲ ਲਿਖੀ ਜਾ ਰਹੀ ਹੈ, ਪਰ ਉੱਤਮ ਪੁਰਖੀ ਬਿਰਤਾਂਤਕਾਰ ਰਾਹੀਂ ਕਹਾਣੀ ਕਹਿਣ ਦੇ ਪ੍ਰਸੰਗ ਵਿੱਚ ਪੰਜਾਬੀ ਕਹਾਣੀਕਾਰਾਂ ਨੇ ਇਸ ਵਾਰ ਵੀ ਗੰਭੀਰ ਉਕਾਈਆਂ ਕੀਤੀਆਂ ਹਨ। ਇਸ ਗੱਲ ਵੱਲੋਂ ਉਹ ਅਕਸਰ ਅਵੇਸਲੇ ਹੋ ਜਾਂਦੇ ਹਨ ਕਿ ਉੱਤਮ ਪੁਰਖੀ ਬਿਰਤਾਂਤਕਾਰ ਪਾਤਰ ਰੂਪ ਹੁੰਦਾ ਹੈ, ਇਸ ਲਈ ਉਸ ਦੀ ਭਾਸ਼ਾ ਅਤੇ ਵਿਅਕਤਿਤਵ ਉਸ ਪਾਤਰ ਵਿਸ਼ੇਸ਼ ਦੇ ਅਨੁਕੂਲ ਹੀ ਹੋਣਾ ਚਾਹੀਦਾ ਹੈ। ਦੂਜੇ ਸ਼ਬਦਾਂ ਵਿੱਚ ਉੱਤਮ ਪੁਰਖੀ ਬਿਰਤਾਂਤਕਾਰ ਲੇਖਕ ਦਾ ਧੂਤੂ ਨਹੀਂ ਹੁੰਦਾ। ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਵੇਂ ਪੜਾਅ ਦੇ ਸਪਸ਼ਟ ਨਕਸ਼ਾਂ ਵਾਲੀ ਪੰਜਾਬੀ ਕਹਾਣੀ ਨੇ ਭਾਵੇਂ ਅਜੇ ਨਵੀਆਂ ਸਿਖਰਾਂ ਤਾਂ ਅਗਲੇ ਸਾਲਾਂ ਵਿੱਚ ਛੋਹਣੀਆਂ ਹਨ, ਪਰ ਆਪਣੀ ਬੁਨਿਆਦ ਬਹੁਤ ਮਜ਼ਬੂਤ ਢੰਗ ਨਾਲ ਰੱਖੀ ਹੈ। ਇਸ ਲਈ ਇਹਨਾਂ ਨਵੇਂ ਹੋਣਹਾਰ ਕਹਾਣੀਕਾਰਾਂ ਦਾ ਭਰਵਾਂ ਸਵਾਗਤ ਕਰਨਾ ਬਣਦਾ ਹੈ।